ਸਭ ਤੋਂ ਵੱਡਾ ਕੌਣ ਹੈ? ਹਰ ਕੋਈ ਵਿਅਕਤੀ ਕਹਿੰਦਾ ਹੈ ਕਿ ਇਹ ਵੱਡਾ ਹੈ, ਉਹ ਵੱਡਾ ਹੈ, ਮੈਂ ਹੀ ਵੱਡਾ ਹਾਂ। ਆਖਿਰ ਸਭ ਤੋਂ ਵੱਡਾ ਹੈ ਕੌਣ? ਚਲੋ ਇੱਕ ਕਹਾਣੀ ਰਾਹੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਗੱਲਾਂ ਬਹੁਤ ਜ਼ਰੂਰੀ ਨੇ, ਇਸ ਲਈ ਇਸ ਕਹਾਣੀ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖੋ। ਇੱਕ ਨਗਰ ਵਿੱਚ 4 ਭੈਣਾਂ ਰਹਿੰਦੀਆਂ ਸੀ, ਜਿਨ੍ਹਾਂ ਦੇ ਨਾਮ ਭੁੱਖ, ਪਿਆਸ, ਨੀਂਦ ਤੇ ਆਸ਼ਾ ਸੀ। ਇੱਕ ਦਿਨ ਉਹਨਾਂ ਚਾਰਾਂ ਵਿੱਚ ਬਹਿਸ ਹੋਣ ਲੱਗੀ। ਭੁੱਖ ਕਹਿੰਦੀ ਮੈਂ ਵੱਡੀ ਹਾਂ, ਪਿਆਸ ਕਹਿੰਦੀ ਮੈਂ ਵੱਡੀ ਹਾਂ, ਨੀਂਦ ਕਹਿੰਦੀ ਮੈਂ ਵੱਡੀ ਹਾਂ ਤੇ ਆਸ਼ਾ ਕਹਿੰਦੀ ਮੈਂ ਵੱਡੀ ਹਾਂ। ਕੁਝ ਦੇਰ ਆਪਸ ਵਿੱਚ ਲੜਨ ਤੋਂ ਬਾਅਦ ਵਿਚਾਰੇ ਰਾਜੇ ਦੇ ਕੋਲ ਪਹੁੰਚ ਗਈਆਂ ਤੇ ਕਹਿਣ ਲੱਗੀਆਂ ਕਿ ਹੁਣ ਰਾਜਾ ਹੀ ਸਹੀ ਨਿਆਂ ਕਰੇਗਾ। ਰਾਜੇ ਦੇ ਕੋਲ ਜਾ ਕੇ ਚਾਰੇ ਆਪਣੀਆਂ ਆਪਣੀਆਂ ਗੱਲਾਂ ਕਹਿਣ ਲੱਗੀਆਂ। ਰਾਜਾ ਸਮਝ ਗਿਆ ਤੇ ਕਹਿਣ ਲੱਗਾ ਕਿ ਪਹਿਲਾਂ ਭੁੱਖ, ਤੂੰ ਦੱਸ ਕਿ ਤੂੰ ਕਿਸ ਤਰ੍ਹਾਂ ਵੱਡੀ ਹੈ। ਭੁੱਖ ਨੇ ਕਿਹਾ, ਮੈਂ ਵੱਡੀ ਇਸ ਲਈ ਹਾਂ ਕਿਉਂਕਿ ਮੇਰੇ ਹੀ ਕਾਰਨ ਇਨਸਾਨ ਵਧੀਆ ਵਧੀਆ ਪਕਵਾਨ ਬਣਾਉਂਦਾ ਹੈ, ਮੇਰੇ ਹੀ ਕਾਰਨ ਘਰਾਂ ਦੇ ਚੁੱਲ੍ਹੇ ਬਲਦੇ ਨੇ, ਮੇਰੇ ਹੀ ਕਾਰਨ ਇਨਸਾਨ ਨੂੰ ਭੋਜਨ ਕਰਨ ਵਿੱਚ ਆਨੰਦ ਆਉਂਦਾ ਹੈ। ਐਸੇ ਹੋਰ ਵੀ ਕਈ ਗੁਣ ਨੇ ਮੇਰੇ ਵਿੱਚ। ਭੁੱਖ ਦੀ ਗੱਲ ਸੁਣ ਕੇ ਰਾਜ ਨੇ ਆਪਣੇ ਰਾਜ ਵਿੱਚ ਘੋਸ਼ਣਾ ਕਰਵਾ ਦਿੱਤੀ ਕਿ ਅੱਜ ਤੋਂ ਬਾਅਦ ਕਿਸੇ ਦੇ ਘਰ ਵਿੱਚ ਚੁੱਲ੍ਹਾ ਨਹੀਂ ਬਲੇਗਾ, ਕਿਸੇ ਦੇ ਘਰ ਭੋਜਨ ਨਹੀਂ ਬਣੇਗਾ। ਦੇਖਦੇ ਹਾਂ ਭੁੱਖ ਕੀ ਕਰਦੀ ਹੈ। ਰਾਜ ਦੀ ਘੋਸ਼ਣਾ ਸੁਣ ਕੇ ਨਗਰ ਵਾਸੀਆਂ ਨੇ ਭੋਜਨ ਨਹੀਂ ਬਣਾਇਆ, ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀਂ ਬਲਿਆ। 2 ਦਿਨ ਗੁਜ਼ਰ ਗਏ। ਤੀਜੇ ਦਿਨ ਭੁੱਖ ਤੋਂ ਰਿਹਾ ਨਹੀਂ ਗਿਆ ਤਾਂ ਉਸਨੇ ਬੇਹੱਦ ਖਾਣਾ ਖਾ ਲਿਆ। ਇਹ ਕਰਦੇ ਹੋਏ ਉਸ ਨੂੰ ਪਿਆਸ ਨੇ ਦੇਖ ਲਿਆ। ਉਹ ਉਦੋਂ ਹੀ ਰਾਜੇ ਦੇ ਕੋਲ ਪਹੁੰਚ ਗਈ ਤੇ ਕਹਿਣ ਲੱਗੀ ਕਿ ਮਹਾਰਾਜ, ਭੁੱਖ ਹਾਰ ਗਈ ਹੈ, ਉਸਨੇ ਬੇਹੱਦ ਖਾਣਾ ਖਾ ਲਿਆ ਹੈ। ਮੈਂ ਉਸ ਨੂੰ ਖਾਂਦੇ ਹੋਏ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਇਸ ਲਈ ਮੈਂ ਵੱਡੀ ਹਾਂ। ਰਾਜੇ ਨੇ ਸਿਪਾਹੀਆਂ ਦੁਆਰਾ ਭੁੱਖ ਨੂੰ ਸੱਦ ਕੇ ਆਪਣੇ ਕੋਲ ਬੁਲਾਇਆ ਤੇ ਸੱਚ ਦੀ ਜਾਂਚ ਕੀਤੀ ਤੇ ਫਿਰ ਰਾਜੇ ਨੇ ਪਿਆਸ ਨੂੰ ਕਿਹਾ ਕਿ ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਤੂੰ ਵੱਡੀ ਹੈ। ਤਾਂ ਪਿਆਸ ਕਹਿਣ ਲੱਗੀ, ਮਹਾਰਾਜ, ਮੇਰੇ ਹੀ ਕਾਰਨ ਖੂਹ ਬਣਾਏ ਜਾਂਦੇ ਹਨ, ਮੇਰੇ ਹੀ ਕਾਰਨ ਸਰੋਵਰ ਬਣਦੇ ਹਨ, ਮੇਰੇ ਹੀ ਕਾਰਨ ਸੁੱਚੇ ਭਾਂਡੇ ਵਿੱਚ ਭਰ ਕੇ ਇਨਸਾਨ ਪਾਣੀ ਪੀਂਦਾ ਹੈ। ਹੋਰ ਵੀ ਬਹੁਤ ਸਾਰੇ ਗੁਣ ਹਨ, ਇਸ ਲਈ ਮੈਂ ਵੱਡੀ ਹਾਂ। ਰਾਜੇ ਨੇ ਫਿਰ ਆਪਣੇ ਰਾਜ ਵਿੱਚ ਘੋਸ਼ਣਾ ਕਰਵਾਈ ਕਿ ਅੱਜ ਤੋਂ ਕੋਈ ਵੀ ਖੂਹ ਤੋਂ ਪਾਣੀ ਨਹੀਂ ਭਰੇਗਾ ਤੇ ਨਾ ਹੀ ਕੋਈ ਨਵਾਂ ਖੂਹ ਬਣੇਗਾ, ਨਾ ਹੀ ਨਵੇਂ ਸਰੋਵਰ ਬਣਨਗੇ ਤੇ ਨਾ ਹੀ ਕੋਈ ਪਾਣੀ ਨੂੰ ਕਿਸੇ ਭਾਂਡੇ ਵਿੱਚ ਭਰੇਗਾ। ਕੁਝ ਦਿਨ ਇਸੇ ਤਰ੍ਹਾਂ ਹੀ ਚੱਲਿਆ, ਪਰ ਪਿਆਸ ਤੋਂ ਰਿਹਾ ਨਹੀਂ ਗਿਆ ਤੇ ਉਸਨੇ ਇੱਕ ਗੰਦੇ ਤਲਾਬ ਵਿੱਚੋਂ ਪਾਣੀ ਪੀ ਲਿਆ। ਇਸ ਤਰ੍ਹਾਂ ਕਰਦੇ ਹੋਏ ਪਿਆਸ ਨੂੰ ਨੀਂਦ ਨੇ ਦੇਖ ਲਿਆ ਤੇ ਨੀਂਦ ਭੱਜ ਕੇ ਰਾਜੇ ਦੇ ਕੋਲ ਗਈ ਤੇ ਰਾਜੇ ਨੂੰ ਕਹਿਣ ਲੱਗੀ ਕਿ ਮਹਾਰਾਜ, ਪਿਆਸ ਹਾਰ ਗਈ ਹੈ, ਮੈਂ ਉਸ ਨੂੰ ਹੁਣੇ ਹੀ ਗੰਦੇ ਤਲਾਬ ਵਿੱਚੋਂ ਪਾਣੀ ਪੀਂਦੇ ਹੋਏ ਦੇਖਿਆ ਹੈ, ਇਸ ਲਈ ਸਭ ਤੋਂ ਵੱਡੀ ਮੈਂ ਹਾਂ। ਰਾਜੇ ਨੇ ਆਪਣੇ ਸਿਪਾਹੀ ਨੂੰ ਭੇਜ ਕੇ ਪਿਆਸ ਨੂੰ ਬੁਲਾ ਕੇ ਪੁੱਛਿਆ ਕਿ ਨੀਂਦ ਸੱਚ ਕਹਿ ਰਹੀ ਹੈ। ਤਾਂ ਨੀਂਦ ਕਹਿਣ ਲੱਗੀ, ਹਾਂ ਮਹਾਰਾਜ, ਇਹ ਸੱਚ ਹੈ। ਫਿਰ ਰਾਜੇ ਨੇ ਨੀਂਦ ਨੂੰ ਕਿਹਾ ਕਿ ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਤੂੰ ਸਭ ਤੋਂ ਵੱਡੀ ਹੈ। ਤਾਂ ਨੀਂਦ ਨੇ ਕਿਹਾ ਕਿ ਹੇ ਮਹਾਰਾਜ, ਕਿਉਂਕਿ ਮੇਰੇ ਹੀ ਕਾਰਨ ਇਨਸਾਨ ਬਿਸਤਰਾ ਵਿਛਾਉਂਦਾ ਹੈ, ਮੇਰੇ ਹੀ ਕਾਰਨ ਇਨਸਾਨ ਦਰੀਆਂ, ਗਲੀਚੇ, ਮੰਜੇ, ਪਲੰਘ, ਬੈੱਡ ਆਦਿ ਹੋਰ ਮਹਿੰਗੀਆਂ ਚੀਜ਼ਾਂ ਨੂੰ ਬਣਵਾਉਂਦਾ ਹੈ, ਇਸ ਲਈ ਮੈਂ ਵੱਡੀ ਹਾਂ। ਰਾਜੇ ਨੇ ਨੀਂਦ ਦੀ ਗੱਲ ਸੁਣ ਕੇ ਸਾਰੇ ਰਾਜ ਵਿੱਚ ਘੋਸ਼ਣਾ ਕਰਵਾ ਦਿੱਤੀ ਕਿ ਅੱਜ ਤੋਂ ਕੋਈ ਵੀ ਸੌਣ ਦੇ ਲਈ ਮੰਜੇ, ਬਿਸਤਰੇ, ਬੈੱਡ, ਚਟਾਈਆਂ ਆਦਿ ਦੀ ਵਰਤੋਂ ਨਹੀਂ ਕਰੇਗਾ ਤੇ ਨਾ ਹੀ ਇਹ ਚੀਜ਼ਾਂ ਨਵੀਆਂ ਬਣਾਈਆਂ ਜਾਣਗੀਆਂ। ਦੇਖਦੇ ਹਾਂ ਨੀਂਦ ਕੀ ਕਰਦੀ ਹੈ। ਰਾਜੇ ਦਾ ਹੁਕਮ ਸੁਣ ਕੇ ਸਾਰੇ ਰਾਜ ਦੇ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਅੱਧੀ ਰਾਤ ਬੀਤ ਗਈ ਸੀ ਤਾਂ ਨੀਂਦ ਨੂੰ ਬਹੁਤ ਜ਼ੋਰ ਦੀ ਨੀਂਦ ਆਉਣ ਲੱਗੀ ਤਾਂ ਉਹ ਇੱਧਰ ਉੱਧਰ ਬਿਸਤਰਾ ਖੋਜਣ ਲੱਗੀ। ਜਦੋਂ ਉਸ ਨੂੰ ਬਿਸਤਰਾ ਨਹੀਂ ਮਿਲਿਆ ਤਾਂ ਉਹ ਜ਼ਮੀਨ ਤੇ ਹੀ ਸੌਂ ਗਈ। ਆਸ਼ਾ ਇਹ ਸਭ ਦੇਖ ਰਹੀ ਸੀ। ਸਵੇਰ ਹੁੰਦੇ ਹੀ ਆਸ਼ਾ ਰਾਜੇ ਦੇ ਕੋਲ ਗਈ ਤੇ ਕਹਿਣ ਲੱਗੀ, ਮਹਾਰਾਜ, ਮੈਂ ਨੀਂਦ ਨੂੰ ਅੱਧੀ ਰਾਤ ਜ਼ਮੀਨ ਉੱਤੇ ਬਿਨਾਂ ਬਿਸਤਰੇ ਤੋਂ ਸੌਂਦੇ ਹੋਏ ਦੇਖਿਆ ਹੈ, ਨੀਂਦ ਹਾਰ ਗਈ ਹੈ, ਇਸ ਲਈ ਮੈਂ ਵੱਡੀ ਹਾਂ। ਰਾਜੇ ਨੇ ਫਿਰ ਸਿਪਾਹੀ ਨੂੰ ਭੇਜ ਕੇ ਨੀਂਦ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ, ਕੀ ਆਸ਼ਾ ਸੱਚ ਕਹਿ ਰਹੀ ਹੈ? ਤਾਂ ਨੀਂਦ ਨੇ ਕਿਹਾ, ਹਾਂ ਮਹਾਰਾਜ, ਇਹ ਸੱਚ ਬੋਲ ਰਹੀ ਹੈ, ਮੈਂ ਜ਼ਮੀਨ ਤੇ ਹੀ ਬਿਨਾਂ ਬਿਸਤਰੇ ਤੋਂ ਸੌਂ ਗਈ ਸੀ। ਤੇ ਫਿਰ ਰਾਜੇ ਨੇ ਆਸ਼ਾ ਨੂੰ ਕਿਹਾ ਕਿ ਮੈਂ ਕਿਸ ਤਰ੍ਹਾਂ ਮੰਨ ਲਵਾਂ ਕਿ ਤੂੰ ਸਭ ਤੋਂ ਵੱਡੀ ਹੈ। ਤਾਂ ਆਸ਼ਾ ਕਹਿਣ ਲੱਗੀ ਕਿ ਮਹਾਰਾਜ, ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੇਰੇ ਹੀ ਕਾਰਨ ਲੋਕ ਨੌਕਰੀ, ਵਪਾਰ, ਦਿਹਾੜੀ ਆਦਿ ਕਰਦੇ ਨੇ, ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਝੱਲਦੇ ਨੇ, ਪਰ ਆਸ਼ਾ ਦੇ ਦੀਪ ਨੂੰ ਕਦੇ ਬੁਝਣ ਨਹੀਂ ਦਿੰਦੇ। ਰਾਜੇ ਨੇ ਰਾਜ ਵਿੱਚ ਘੋਸ਼ਣਾ ਕਰਵਾ ਦਿੱਤੀ ਕਿ ਅੱਜ ਤੋਂ ਕੋਈ ਵੀ ਨੌਕਰੀ ਨਾ ਕਰੇ, ਕੋਈ ਵੀ ਵਪਾਰ ਨਾ ਕਰੇ ਤੇ ਨਾ ਹੀ ਕੋਈ ਦਿਹਾੜੀ ਜਾਵੇ, ਆਸ਼ਾ ਦੇ ਦੀਪ ਨੂੰ ਕੋਈ ਨਾ ਜਗਾਵੇ। ਫਿਰ ਦੇਖਦੇ ਹਾਂ ਜਦੋਂ ਆਸ਼ਾ ਨੂੰ ਆਸ ਲੱਗੇਗੀ ਤਾਂ ਉਹ ਕੀ ਕਰੇਗੀ। ਪੂਰਾ ਦਿਨ ਬੀਤ ਗਿਆ ਸੀ, ਅੱਧੀ ਰਾਤ ਹੋ ਗਈ ਸੀ। ਜਦੋਂ ਆਸ਼ਾ ਨੂੰ ਆਸ ਲੱਗੀ ਤਾਂ ਉਹ ਇੱਧਰ ਉੱਧਰ ਘੁੰਮਣ ਲੱਗੀ, ਪਰ ਚਾਰੇ ਪਾਸੇ ਸਨਾਟਾ ਫੈਲਿਆ ਹੋਇਆ ਸੀ ਤੇ ਹਰ ਜਗ੍ਹਾ ਘੁੱਪ ਹਨੇਰਾ ਸੀ। ਸਿਰਫ ਇੱਕ ਬੁੱਢਾ ਵਿਅਕਤੀ ਟਿਮਟਮਾਉਂਦੇ ਹੋਏ ਦੀਵੇ ਦੀ ਰੋਸ਼ਨੀ ਵਿੱਚ ਕੰਮ ਕਰ ਰਿਹਾ ਸੀ। ਆਸ਼ਾ ਉੱਥੇ ਜਾ ਕੇ ਰੁਕ ਗਈ ਤੇ ਕੁਝ ਸਮੇਂ ਬਾਅਦ ਉਸ ਬੁੱਢੇ ਨੇ ਦੇਖਿਆ ਕਿ ਉਸ ਦਾ ਮਿੱਟੀ ਦਾ ਦੀਵਾ ਸੋਨੇ ਦਾ ਬਣ ਗਿਆ ਹੈ। ਉਸ ਦੀ ਟੁੱਟੀ ਫੁੱਟੀ ਝੌਂਪੜੀ ਇੱਕ ਪੱਕਾ ਮਕਾਨ ਬਣ ਗਈ ਹੈ। ਇਸ ਤਰ੍ਹਾਂ ਉਸ ਬੁੱਢੇ ਵਿਅਕਤੀ ਦੀ ਆਸ਼ਾ ਪੂਰੀ ਹੋਈ। ਦੋਸਤੋ, ਇਹ ਤਾਂ ਸਿਰਫ ਇੱਕ ਕਹਾਣੀ ਸੀ, ਪਰ ਜੋ ਕਹਾਣੀਆਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਉਹ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਤੇ ਲਾਭਦਾਇਕ ਹੁੰਦੀ ਹੈ। ਦੋਸਤੋ, ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਇਨਸਾਨ ਨੂੰ ਆਸ਼ਾ ਅਰਥਾਤ ਉਮੀਦੇ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇੱਕ ਨਾ ਇੱਕ ਦਿਨ ਉਹ ਸਫਲ ਜ਼ਰੂਰ ਹੋ ਜਾਂਦਾ ਹੈ, ਕਿਉਂਕਿ ਕਿਹਾ ਜਾਂਦਾ ਹੈ ਕਿ ਉਮੀਦ ਤੇ ਦੁਨੀਆ ਕਾਇਮ ਹੈ, ਇਸ ਲਈ ਆਸ਼ਾ ਹੀ ਵੱਡੀ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਜੇ ਉਮੀਦ ਜਿੱਤ ਦੀ ਰੱਖਦਾ ਹੈ ਤਾਂ ਇੱਕ ਦਿਨ ਜ਼ਰੂਰ ਜਿੱਤ ਜਾਂਦਾ ਹੈ। ਸੋ ਦੋਸਤੋ, ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।